विद्यार्थियों, मैं संजीव कुमार, ਲੈਕਚਰਰ ਹਿਸਟਰੀ, ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਖੁਰਦ ਗੁਰਦਾਸਪੁਰ। ਵਿਦਿਆਰਥੀਓ, ਅੱਜ ਅਸੀਂ 10+2 ਕਲਾਸ ਦੇ ਇਤਿਹਾਸ ਵਿਸ਼ੇ ਦੇ ਬਹੁਤ ਹੀ ਇੰਪੋਰਟੈਂਟ ਚੈਪਟਰ ਪਹਿਲੇ ਐਂਗਲੋ ਸਿੱਖ ਯੁੱਧ ਦੀ ਚਰਚਾ ਕਰਾਂਗੇ। ਵਿਦਿਆਰਥੀਓ, ਇਹ ਯੁੱਧ 1845-46 ਈਸਵੀ ਦੇ ਵਿੱਚ ਅੰਗਰੇਜ਼ਾਂ ਔਰ ਸਿੱਖ ਫੌਜ ਦੇ ਵਿਚਕਾਰ ਲੜਿਆ ਗਿਆ। ਵਿਦਿਆਰਥੀਓ, ਇਸ ਯੁੱਧ ਦੇ ਬਹੁਤ ਸਾਰੇ ਕਾਰਨ ਸਨ ਔਰ ਇਹ ਸਭ ਕਾਰਨਾਂ ਔਰ ਘਟਨਾਵਾਂ ਔਰ ਸਿੱਟਿਆਂ ਦੀ ਅਸੀਂ 1 ਬਾਏ 1 ਚਰਚਾ ਕਰਾਂਗੇ। ਸਾਰੇ ਵਿਦਿਆਰਥੀ ਜੋ ਵੀ ਇਸ ਚੈਪਟਰ ਦੇ ਇੰਪੋਰਟੈਂਟ ਪੁਆਇੰਟਸ ਹੋਣਗੇ ਉਹ ਤੁਸੀਂ ਸਭ ਨੇ ਆਪਣੀ ਕਾਪੀਜ਼ 'ਤੇ ਨੋਟ ਕਰਦੇ ਜਾਣਾ ਹੈ, ਤਾਂ ਕਿ ਤੁਹਾਨੂੰ ਇਸ ਚੈਪਟਰ ਦੇ ਵਿੱਚ ਜੋ ਵੀ ਕੁਐਸਚਨਸ ਹੋਣਗੇ ਉਹਦੇ ਆਨਸਰ ਤੁਹਾਨੂੰ ਲੱਭਣ ਦੇ ਵਿੱਚ ਆਸਾਨੀ ਹੋਵੇਗੀ। ਸੋ ਚਲੋ ਵਿਦਿਆਰਥੀਓ, ਅਸੀਂ ਪਹਿਲੇ ਐਂਗਲੋ ਸਿੱਖ ਯੁੱਧ ਦੀ ਚਰਚਾ ਕਰਦੇ ਹਾਂ। ਵਿਦਿਆਰਥੀਓ, ਹੁਣ ਅਸੀਂ ਸਿੱਖ ਫੌਜ ਔਰ ਅੰਗਰੇਜ਼ ਫੌਜ ਦੇ ਕੁਝ ਮਹੱਤਵਪੂਰਨ ਵਿਅਕਤੀਆਂ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ, ਜੋ ਸਿੱਖ ਫੌਜ ਦੇ ਮਹਾਰਾਜਾ ਸਨ, ਪੰਜਾਬ ਲਾਹੌਰ ਦਰਬਾਰ ਦੇ ਮਹਾਰਾਜਾ ਸਨ, ਨਾਬਾਲਗ ਸਨ ਉਸ ਸਮੇਂ। ਇਸ ਲਈ ਉਹਨਾਂ ਦੇ ਮਾਤਾ ਮਹਾਰਾਣੀ ਜਿੰਦਾ ਉਹਨਾਂ ਦੇ ਸਰਪ੍ਰਸਤ ਸਨ। ਇਸ ਤੋਂ ਇਲਾਵਾ ਲਾਲ ਸਿੰਘ ਪ੍ਰਧਾਨ ਮੰਤਰੀ, ਤੇਜਾ ਸਿੰਘ ਸੈਨਾਪਤੀ, ਸ਼ਾਮ ਸਿੰਘ ਅਟਾਰੀਵਾਲਾ ਔਰ ਰਣਜੋਤ ਸਿੰਘ ਵੀ ਉਸ ਸਮੇਂ ਸਿੱਖ ਫੌਜ ਦੇ ਬਹੁਤ ਹੀ ਮਹੱਤਵਪੂਰਨ ਵਿਅਕਤੀ ਸਨ। ਅੰਗਰੇਜ਼ ਫੌਜ ਦੇ ਬਾਰੇ ਅਸੀਂ ਦੇਖਦੇ ਹਾਂ ਕਿ ਗਵਰਨਰ ਜਨਰਲ ਲਾਰਡ ਹਾਰਡਿੰਗ ਉਸ ਸਮੇਂ ਅੰਗਰੇਜ਼ ਫੌਜ ਦੇ ਮੁੱਖ ਕਮਾਂਡਰ ਸਨ। ਲਾਰਡ ਹਿਊ ਗੱਫ, ਜੌਨ ਲਿਟਰਰ ਅਤੇ ਹੈਰੀ ਸਮਿਥ ਉਸ ਸਮੇਂ ਅੰਗਰੇਜ਼ ਫੌਜ ਦੇ ਮੁੱਖ ਅਧਿਕਾਰੀ ਸਨ। ਵਿਦਿਆਰਥੀਓ, ਆਓ ਅਸੀਂ ਹੁਣ ਪਹਿਲੇ ਐਂਗਲੋ ਸਿੱਖ ਯੁੱਧ ਦੇ ਮੁੱਖ ਕਾਰਨਾਂ ਦੀ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾ ਕਾਰਨ ਸੀ ਪੰਜਾਬ ਵਿੱਚ ਫੈਲੀ ਹੋਈ ਬਦਅਮਨੀ। ਵਿਦਿਆਰਥੀਓ, 1839 ਵਿੱਚ ਜੂਨ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ, ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਦੋ ਗੁੱਟ, ਖਾਸ ਤੌਰ 'ਤੇ ਸਰਦਾਰਾਂ ਦੇ ਦੋ ਗੁੱਟ ਬਣ ਗਏ ਸਨ। ਇੱਕ ਡੋਗਰਾ ਸਰਦਾਰਾਂ ਦਾ ਗੁੱਟ ਸੀ ਔਰ ਇੱਕ ਸੰਧਾ ਵਾਲੀਏ ਸਰਦਾਰਾਂ ਦਾ ਗੁੱਟ ਸੀ। ਇਹਨਾਂ ਦੋਨਾਂ ਗੁੱਟਾਂ ਦੇ ਆਪਸੀ ਝਗੜੇ ਦੇ ਕਾਰਨ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ ਔਰ ਪੰਜਾਬ ਦੇ ਕੋਈ ਵੀ ਮਹਾਰਾਜਾ ਇਸ ਯੋਗ ਨਹੀਂ ਸੀ ਕਿ ਇਸ ਫੈਲੀ ਬਦਅਮਨੀ 'ਤੇ ਕੰਟਰੋਲ ਪਾ ਸਕਦਾ ਹੋਵੇ। ਅੰਗਰੇਜ਼ ਇਸੇ ਬਦਅਮਨੀ ਦਾ ਭਰਪੂਰ ਫਾਇਦਾ ਉਠਾਉਣਾ ਚਾਹੁੰਦੇ ਸਨ ਔਰ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਲਈ ਇਹ ਵੀ ਇੱਕ ਕਾਰਨ ਬਣਿਆ। ਸੈਕਿੰਡ ਪੁਆਇੰਟ ਹੈ ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ। ਵਿਦਿਆਰਥੀਓ, ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਪੰਜਾਬ ਨੂੰ ਘੇਰਾ ਪਾ ਰਹੇ ਸਨ। ਅੰਗਰੇਜ਼ਾਂ ਨੇ ਫਿਰੋਜ਼ਪੁਰ 'ਤੇ ਕਬਜ਼ਾ ਕਰ ਲਿਆ ਸੀ, ਲੁਧਿਆਣੇ 'ਤੇ ਕਬਜ਼ਾ ਕਰ ਲਿਆ ਸੀ, ਸਿੰਧ 'ਤੇ ਵੀ ਕਬਜ਼ਾ ਕਰ ਲਿਆ ਸੀ ਔਰ ਖਾਸ ਤੌਰ 'ਤੇ ਫਿਰੋਜ਼ਪੁਰ ਔਰ ਲੁਧਿਆਣੇ ਦੇ ਵਿੱਚ ਉਹਨਾਂ ਨੇ ਸੈਨਿਕ ਛਾਉਣੀਆਂ ਕਾਇਮ ਕਰ ਲਈਆਂ ਸਨ ਔਰ ਉੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੈਨਿਕਾਂ ਨੂੰ ਇਕੱਠੇ ਕਰ ਲਿਆ ਸੀ। ਅੰਗਰੇਜ਼ਾਂ ਦੁਆਰਾ ਇਹ ਜੋ ਨੀਤੀਆਂ ਅਪਣਾਈਆਂ ਜਾ ਰਹੀਆਂ ਸਨ, ਇਸ ਦੇ ਨਾਲ ਖਾਲਸਾ ਫੌਜ ਦੇ ਵਿੱਚ ਬੇਚੈਨੀ ਵਧਣੀ ਸ਼ੁਰੂ ਹੋ ਗਈ। ਇਹ ਖਤਰਾ ਮਹਿਸੂਸ ਕੀਤਾ ਜਾਣ ਲੱਗ ਗਿਆ ਕਿ ਅੰਗਰੇਜ਼ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸੋ ਇਹ ਜੋ ਡਰ ਦੀ ਸਥਿਤੀ ਸੀ ਪੰਜਾਬ ਦੇ ਵਿੱਚ, ਇਹ ਵੀ ਇੱਕ ਕਾਰਨ ਬਣੀ ਪਹਿਲੇ ਐਂਗਲੋ ਸਿੱਖ ਯੁੱਧ ਦਾ। ਤੀਸਰਾ ਪੁਆਇੰਟ ਹੈ ਪਹਿਲੇ ਅਫਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ। ਵਿਦਿਆਰਥੀਓ, ਪਹਿਲਾ ਅਫਗਾਨ ਯੁੱਧ 1839 ਤੋਂ ਲੈ ਕੇ 1842 ਈਸਵੀ ਦੇ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਅਫਗਾਨਾਂ ਦੇ ਵਿੱਚ ਲੜਿਆ ਗਿਆ। ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਬਹੁਤ ਕਰਾਰੀ ਹਾਰ ਹੋਈ। ਅਫਗਾਨ ਫੌਜ ਨੇ ਅਕਬਰ ਖਾਨ ਦੇ ਅਧੀਨ
ਲਗਭਗ 16,000 ਦੇ ਕਰੀਬ ਜੋ ਅੰਗਰੇਜ਼ਾਂ ਦੀ ਫੌਜ ਸੀ ਉਸ 'ਤੇ ਧਾਵਾ ਬੋਲ ਕੇ ਪੂਰੀ ਫੌਜ ਨੂੰ ਖਤਮ ਕਰ ਦਿੱਤਾ। ਔਰ ਇਹ ਮੰਨਿਆ ਜਾਂਦਾ ਹੈ ਕਿ ਕੇਵਲ ਇੱਕ ਅੰਗਰੇਜ਼ ਹੀ ਉਸ ਯੁੱਧ ਦੇ ਵਿੱਚੋਂ ਬਚ ਕੇ ਨਿਕਲ ਸਕਿਆ। ਅੰਗਰੇਜ਼ਾਂ ਦੀ ਇਸ ਕਰਾਰੀ ਹਾਰ ਦਾ ਸਿੱਖਾਂ 'ਤੇ ਬਹੁਤ ਅਸਰ ਹੋਇਆ। ਸਿੱਖ ਜੋਸ਼ ਨਾਲ ਭਰ ਗਏ, ਕਿਉਂਕਿ ਸਿੱਖਾਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਅੰਗਰੇਜ਼, ਜਿਨ੍ਹਾਂ ਨੂੰ ਸਭ ਪਹਿਲਾਂ ਅਜਿੱਤ ਸਮਝਿਆ ਜਾਂਦਾ ਸੀ ਕਿ ਅੰਗਰੇਜ਼ਾਂ ਨੂੰ ਕੋਈ ਹਰਾ ਨਹੀਂ ਸਕਦਾ, ਅੰਗਰੇਜ਼ ਹੁਣ ਅਫਗਾਨਾਂ ਤੋਂ ਹਾਰ ਗਏ ਸਨ। ਇਹ ਉਹੀ ਅਫਗਾਨ ਸਨ ਜਿਨ੍ਹਾਂ ਨੂੰ ਸਿੱਖਾਂ ਨੇ ਬਹੁਤ ਸਾਰੇ ਯੁੱਧਾਂ ਦੇ ਵਿੱਚ ਹਰਾਇਆ ਸੀ। ਸੋ ਸਿੱਖਾਂ ਦੇ ਵਿੱਚ ਕੌਨਫੀਡੈਂਸ ਆਉਣਾ ਸ਼ੁਰੂ ਹੋ ਗਿਆ ਕਿ ਅਸੀਂ ਅੰਗਰੇਜ਼ਾਂ ਨੂੰ ਹਰਾ ਸਕਦੇ ਹਾਂ। ਸੋ ਇਹ ਇੱਕ ਕਾਰਨ ਬਣਿਆ ਪਹਿਲੇ ਐਂਗਲੋ ਸਿੱਖ ਯੁੱਧ ਦਾ। ਫੋਰਥ ਪੁਆਇੰਟ ਹੈ ਅੰਗਰੇਜ਼ਾਂ ਦਾ ਸਿੰਧ ਉੱਤੇ ਕਬਜ਼ਾ। ਵਿਦਿਆਰਥੀਓ, ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਦਿਲੀ ਇੱਛਾ ਸੀ ਕਿ ਉਹ ਸਿੰਧ 'ਤੇ ਕਬਜ਼ਾ ਕਰਦੇ, ਕਿਉਂਕਿ ਸਿੰਧ ਉੱਤਰ ਪੱਛਮ ਦਾ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਉਪਜਾਊ ਇਲਾਕਾ ਸੀ, ਜਿਸ 'ਤੇ ਅੰਗਰੇਜ਼ ਵੀ ਕਬਜ਼ਾ ਕਰਨਾ ਚਾਹੁੰਦੇ ਸਨ ਔਰ ਮਹਾਰਾਜਾ ਰਣਜੀਤ ਸਿੰਘ ਵੀ ਕਬਜ਼ਾ ਕਰਨਾ ਚਾਹੁੰਦੇ ਸਨ। ਲੇਕਿਨ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਸਮੇਂ ਹੀ ਸਿੰਧ ਦੇ ਅਮੀਰਾਂ ਨਾਲ ਸੰਧੀ ਕਰ ਲਈ ਸੀ, ਜੋ ਰਣਜੀਤ ਸਿੰਘ ਨੂੰ ਚੰਗਾ ਨਹੀਂ ਲੱਗਿਆ ਸੀਗਾ। ਲੇਕਿਨ ਉਸ ਸਮੇਂ ਰਣਜੀਤ ਸਿੰਘ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਯੁੱਧ ਨਾ ਕੀਤਾ ਔਰ ਇਸ ਸਥਿਤੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਅੰਗਰੇਜ਼ਾਂ ਦਾ ਹੌਸਲਾ ਹੋਰ ਵੱਧ ਗਿਆ। ਆਖਰ ਵਿੱਚ ਅੰਗਰੇਜ਼ਾਂ ਨੇ 1843 ਈਸਵੀ ਦੇ ਵਿੱਚ ਸਿੰਧ 'ਤੇ ਕਬਜ਼ਾ ਕਰ ਲਿਆ ਔਰ ਇਹ ਜੋ ਕਬਜ਼ਾ ਅੰਗਰੇਜ਼ਾਂ ਨੇ ਸਿੰਧ 'ਤੇ ਕੀਤਾ ਸੀ, ਇਹ ਵੀ ਇੱਕ ਕਾਰਨ ਬਣਿਆ, ਕਿਉਂਕਿ ਸਿੱਖ ਵੀ ਸਿੰਧ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ ਔਰ ਇਸ ਸਥਿਤੀ ਦੇ ਵਿੱਚ ਅੰਗਰੇਜ਼ਾਂ ਔਰ ਸਿੱਖਾਂ ਦੇ ਵਿੱਚ ਆਪਸੀ ਵਿਸ਼ਵਾਸ ਦੀ ਬਹੁਤ ਕਮੀ ਆ ਗਈ। ਸੋ ਇਹ ਵੀ ਇੱਕ ਕਾਰਨ ਸੀ। ਨੈਕਸਟ ਪੁਆਇੰਟ ਹੈ ਨਵੰਬਰ 1844 ਈਸਵੀ ਦੇ ਵਿੱਚ ਮੇਜਰ ਬਰਾਡਫੁੱਟ ਨੂੰ ਲੁਧਿਆਣੇ ਦਾ ਪੋਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ। ਵਿਦਿਆਰਥੀਓ, ਮੇਜਰ ਬਰਾਡਫੁੱਟ ਅੰਗਰੇਜ਼ ਸੈਨਾ ਦਾ ਇੱਕ ਅਧਿਕਾਰੀ ਸੀ ਜੋ ਸਿੱਖਾਂ ਪ੍ਰਤੀ ਚੰਗੀਆਂ ਭਾਵਨਾਵਾਂ ਨਹੀਂ ਰੱਖਦਾ ਸੀ। ਉਹ ਪੋਲੀਟੀਕਲ ਏਜੰਟ ਨਿਯੁਕਤ ਹੋਇਆ ਔਰ ਇਹ ਵਿਚਾਰ ਲੈ ਕੇ ਹੀ ਉਹ ਲੁਧਿਆਣੇ ਪਹੁੰਚਿਆ ਸੀ ਕਿ ਅੰਗਰੇਜ਼ਾਂ ਨੇ ਹੁਣ ਫੈਸਲਾ ਕਰ ਲਿਆ ਹੈ ਪੰਜਾਬ 'ਤੇ ਕਬਜ਼ਾ ਕਰਨ ਦਾ। ਸੋ ਉਹ ਇਹ ਵੀ ਉਸ ਦੀ ਦਿਲੀ ਇੱਛਾ ਸੀ ਕਿ ਵੀ ਉਹ ਸਿੱਖ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਸੋ ਇਹ ਵੀ ਇੱਕ ਕਾਰਨ ਸੀ। ਔਰ ਨੈਕਸਟ ਕਾਰਨ ਹੈ ਲਾਲ ਸਿੰਘ ਔਰ ਤੇਜਾ ਸਿੰਘ ਦਾ ਖਾਲਸਾ ਫੌਜ ਨੂੰ ਉਕਸਾਣਾ। ਵਿਦਿਆਰਥੀਓ, ਲਾਲ ਸਿੰਘ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਸਨ, ਤੇਜਾ ਸਿੰਘ ਸੈਨਾਪਤੀ ਸਨ। ਇਹ ਦੋਨੋਂ ਹੀ ਖਾਲਸਾ ਫੌਜ ਦੀ ਸ਼ਕਤੀ ਨੂੰ ਘੱਟ ਕਰਨਾ ਚਾਹੁੰਦੇ ਸਨ ਔਰ ਇਹ ਦੋਨੋਂ ਅੰਗਰੇਜ਼ਾਂ ਨਾਲ ਮਿਲੇ ਹੋਏ ਵੀ ਸਨ। ਇਹਨਾਂ ਦਾ ਵਿਚਾਰ ਸੀ ਕਿ ਜੇਕਰ ਅੰਗਰੇਜ਼ ਫੌਜ 'ਤੇ ਅਸੀਂ ਹਮਲਾ ਕਰਦੇ ਹਾਂ, ਜੇ ਤਾਂ ਖਾਲਸਾ ਫੌਜ ਜਿੱਤ ਜਾਂਦੀ ਹੈ ਤਾਂ ਉਹਨਾਂ ਦੀ ਪ੍ਰਸਿੱਧੀ ਹੋਏਗੀ, ਤੇ ਜੇਕਰ ਖਾਲਸਾ ਫੌਜ ਹਾਰ ਜਾਂਦੀ ਹੈ ਤਾਂ ਖਾਲਸਾ ਫੌਜ ਕਮਜ਼ੋਰ ਹੋਵੇਗੀ, ਜਿਸ ਨਾਲ ਲਾਲ ਸਿੰਘ ਔਰ ਤੇਜਾ ਸਿੰਘ ਆਪਣੀ ਮਨਮਰਜ਼ੀ ਕਰ ਸਕਣਗੇ। ਸੋ ਇਹ ਵੀ ਇੱਕ ਕਾਰਨ ਸੀ ਕਿ ਲਾਲ ਸਿੰਘ ਔਰ ਤੇਜਾ ਸਿੰਘ ਨੇ ਜਾਣਬੁੱਝ ਕੇ ਖਾਲਸਾ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਇਆ। ਸੋ ਇਹ ਵੀ ਇੱਕ ਕਾਰਨ ਬਣਿਆ ਪਹਿਲੇ ਐਂਗਲੋ ਸਿੱਖ ਯੁੱਧ ਦਾ। ਨੈਕਸਟ ਪੁਆਇੰਟ ਹੈ ਵਿਦਿਆਰਥੀਓ, ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ। ਵਿਦਿਆਰਥੀਓ, ਅੰਗਰੇਜ਼ਾਂ ਨੇ 1818 ਈਸਵੀ ਤੱਕ ਲਗਭਗ ਬਹੁਤ ਸਾਰੇ ਭਾਰਤ ਦੇ ਹਿੱਸਿਆਂ 'ਤੇ ਕਬਜ਼ਾ ਕਰ ਚੁੱਕਿਆ ਸੀ ਔਰ ਅੰਗਰੇਜ਼ ਕੋਲ ਉਸ ਸਮੇਂ ਇੱਕ ਮੁੱਖ ਪ੍ਰਾਂਤ ਪੰਜਾਬ ਸੀ ਜਿਸ 'ਤੇ ਉਹ ਕਬਜ਼ਾ ਕਰਨਾ ਚਾਹੁੰਦੇ ਸਨ। ਸੋ ਅੰਗਰੇਜ਼ ਆਪਣੀ ਇਸ ਸਾਮਰਾਜਵਾਦੀ ਨੀਤੀ ਕਰਕੇ, ਕਿਉਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਲਾਕਿਆਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਮਨਸ਼ਾ ਦੇ ਨਾਲ ਉਹਨਾਂ ਨੇ ਪੰਜਾਬ ਦੇ 'ਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ
ਔਰ ਇਹ ਵੀ ਇੱਕ ਕਾਰਨ ਸੀ ਪਹਿਲੇ ਐਂਗਲੋ ਸਿੱਖ ਯੁੱਧ ਦਾ। ਵਿਦਿਆਰਥੀਓ, ਜਿਵੇਂ ਅਸੀਂ ਪਹਿਲੇ ਲਾਲ ਸਿੰਘ ਔਰ ਤੇਜਾ ਸਿੰਘ ਵਾਲੇ ਪੁਆਇੰਟ ਨੂੰ ਡਿਸਕਸ ਕਰ ਚੁੱਕੇ ਹਾਂ ਕਿ ਜਿਹਦੇ ਵਿੱਚ ਅਸੀਂ ਇੱਕ ਮੁੱਖ ਕਾਰਨ ਮੰਨਦੇ ਹਾਂ ਕਿ ਲਾਲ ਸਿੰਘ ਔਰ ਤੇਜਾ ਸਿੰਘ ਖਾਲਸਾ ਫੌਜ ਦੀ ਸ਼ਕਤੀ ਨੂੰ ਘੱਟ ਕਰਕੇ ਆਪਣੀ ਸ਼ਕਤੀ ਵਧਾਉਣਾ ਚਾਹੁੰਦੇ ਸਨ। ਇਸ ਤਰ੍ਹਾਂ ਵਿਦਿਆਰਥੀਓ, 11 ਦਸੰਬਰ 1845 ਈਸਵੀ ਨੂੰ ਲਾਲ ਸਿੰਘ ਔਰ ਤੇਜਾ ਸਿੰਘ ਨੇ ਖਾਲਸਾ ਫੌਜ ਨੂੰ ਭੜਕਾਇਆ ਔਰ 50,000 ਸਿੱਖ ਸੈਨਿਕਾਂ ਦੇ ਨਾਲ, ਲਗਭਗ 50,000 ਸਿੱਖ ਸੈਨਿਕਾਂ ਦੇ ਨਾਲ ਸਤਲੁਜ ਨਦੀ ਨੂੰ ਪਾਰ ਕਰ ਲਿਆ। ਔਰ 13 ਦਸੰਬਰ 1845 ਈਸਵੀ ਨੂੰ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਔਰ 1809 ਦੀ ਸੰਧੀ ਨੂੰ ਰੱਦ ਕਰ ਦਿੱਤਾ ਔਰ ਆਪਸੀ ਕੂਟਨੀਤਿਕ ਸਬੰਧਾਂ ਨੂੰ ਵੀ ਰੱਦ ਕਰ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਓ, ਅਸੀਂ ਯੁੱਧ ਦੀਆਂ ਘਟਨਾਵਾਂ ਦੀ ਹੁਣ ਚਰਚਾ ਕਰਦੇ ਹਾਂ। ਪਹਿਲਾ ਯੁੱਧ ਮੁਦਗੀ ਦੇ ਸਥਾਨ ਤੇ ਲੜਿਆ ਗਿਆ। ਮੁਦਗੀ ਦੀ ਲੜਾਈ 18 ਦਸੰਬਰ 1845 ਈਸਵੀ ਨੂੰ ਲੜੀ ਗਈ। ਇਸ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਲਾਲ ਸਿੰਘ ਔਰ ਤੇਜਾ ਸਿੰਘ ਨੇ ਅੰਗਰੇਜ਼ ਜੋ ਸਿੱਖ ਫੌਜ ਸੀ ਇਸ ਨੂੰ ਡਿਵਾਈਡ ਕਰ ਦਿੱਤਾ, ਇਸ ਨੂੰ ਵੰਡ ਦਿੱਤਾ ਔਰ ਸਿਰਫ ਲਾਲ ਸਿੰਘ ਆਪਣੇ ਅਧੀਨ 5500 ਸਿੱਖ ਫੌਜ ਨੂੰ ਨਾਲ ਲੈ ਕੇ, ਉਸ ਕੋਲ 20 ਤੋਪਾਂ ਸਨ, ਅੰਗਰੇਜ਼ਾਂ ਵਿਰੁੱਧ ਵਧਿਆ। ਦੂਸਰੀ ਸਾਈਡ ਤੇ ਅੰਗਰੇਜ਼ 12,000 ਦੀ ਸੰਖਿਆ ਦੇ ਵਿੱਚ ਸਨ, ਜਿਨ੍ਹਾਂ ਕੋਲ 48 ਦੇ ਕਰੀਬ ਤੋਪਾਂ ਸਨ, ਜੋ ਲਾਰਡ ਹਿਊ ਗੱਫ ਦੇ ਅਧੀਨ ਸਿੱਖਾਂ ਵੱਲ ਵਧ ਰਹੇ ਸਨ। ਵਿਦਿਆਰਥੀਓ, ਭਾਵੇਂ ਸਿੱਖ ਘੱਟ ਗਿਣਤੀ ਵਿੱਚ ਸਨ, ਪਰੰਤੂ ਵਿਸ਼ਾਲ ਫੌਜ ਦੇ ਨਾਲ ਜੋ ਉਸ ਸਮੇਂ ਅੰਗਰੇਜ਼ਾਂ ਨੇ ਵਿਸ਼ਾਲ ਫੌਜ ਖੜੀ ਕਰ ਲਈ ਸੀ, ਉਸ ਤੇ ਹਮਲਾ ਕੀਤਾ ਔਰ ਬਹੁਤ ਹੀ ਬਹਾਦਰੀ ਦੇ ਨਾਲ ਇਸ ਲੜਾਈ ਦੇ ਵਿੱਚ ਲੜੇ। ਸਿੱਖ ਜਿੱਤ ਵਾਲੀ ਸਥਿਤੀ ਦੇ ਵਿੱਚ ਪਹੁੰਚਣ ਵਾਲੇ ਸਨ। ਜਦ ਲਾਲ ਸਿੰਘ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਉਹ ਲੜਾਈ ਦੇ ਵਿੱਚੋਂ ਦੌੜ ਗਿਆ। ਤਾਂ ਉਸ ਦੀ ਗੱਦਾਰੀ ਦੇ ਕਰਕੇ ਸਿੱਖ ਹਾਰ ਗਏ, ਕਿਉਂਕਿ ਲਾਲ ਸਿੰਘ ਤਾਂ ਇਹ ਚਾਹੁੰਦਾ ਨਹੀਂ ਸੀ ਕਿ ਸਿੱਖ ਫੌਜ ਜਿੱਤ ਜਾਏ। ਸੋ ਇਸ ਲੜਾਈ ਦੇ ਵਿੱਚ ਸਿੱਖ ਫੌਜ ਦੀ ਹਾਰ ਹੋਈ। ਸੈਂਕੜੇ ਸਿੱਖ ਸੈਨਿਕ ਇਸ ਲੜਾਈ ਵਿੱਚ ਮਾਰੇ ਗਏ। ਲਗਭਗ 17 ਤੋਪਾਂ ਅੰਗਰੇਜ਼ਾਂ ਨੇ ਸਿੱਖ ਸੈਨਾ ਕੋਲੋਂ ਖੋਹ ਲਈਆਂ। ਪਰੰਤੂ ਇਹ ਨਹੀਂ ਮੰਨਣਾ ਚਾਹੀਦਾ ਕਿ ਅੰਗਰੇਜ਼ਾਂ ਦਾ ਨੁਕਸਾਨ ਨਹੀਂ ਹੋਇਆ, ਅੰਗਰੇਜ਼ਾਂ ਦਾ ਵੀ ਬਹੁਤ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਵੀ 215 ਸੈਨਿਕ ਇਸ ਯੁੱਧ ਵਿੱਚ ਮਾਰੇ ਗਏ ਔਰ 657 ਦੇ ਕਰੀਬ ਜ਼ਖਮੀ ਹੋਏ। ਵਿਦਿਆਰਥੀਓ, ਦੂਸਰੀ ਲੜਾਈ ਫਿਰੋਜ਼ ਸ਼ਾਹ ਦੀ ਸੀ, ਜੋ 21 ਦਸੰਬਰ 1845 ਈਸਵੀ ਨੂੰ ਲੜੀ ਗਈ। ਇਸ ਲੜਾਈ ਦੇ ਵਿੱਚ ਸਿੱਖ ਫੌਜ ਦੀ ਗਿਣਤੀ 25 ਤੋਂ 30,000 ਦੇ ਲਗਭਗ ਸੀ ਔਰ ਸਿੱਖਾਂ ਕੋਲ 80 ਦੇ ਕਰੀਬ ਤੋਪਾਂ ਸਨ। ਔਰ ਇਸ ਲੜਾਈ ਦੇ ਵਿੱਚ ਲਾਲ ਸਿੰਘ ਅਤੇ ਤੇਜਾ ਸਿੰਘ ਦੋਨੋਂ ਹੀ ਸਿੱਖ ਫੌਜ ਦੀ ਅਗਵਾਈ ਕਰ ਰਹੇ ਸਨ। ਦੂਸਰੀ ਸਾਈਡ ਤੇ 17,000 ਦੇ ਕਰੀਬ ਜੋ ਅੰਗਰੇਜ਼ ਫੌਜ ਸੀ, ਉਹ ਲਾਰਡ ਹਿਊ ਗੱਫ ਤੇ ਜੌਨ ਲਿਟਲ ਦੇ ਅਧੀਨ ਸੀ। ਇਹ ਲੜਾਈ ਵੀ ਬਹੁਤ ਭਿਆਨਕ ਲੜਾਈ ਸੀ ਵਿਦਿਆਰਥੀਓ। ਇਸ ਲੜਾਈ ਦੇ ਵਿੱਚ ਵੀ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਇੱਕ ਸਾਜ਼ਿਸ਼ ਦੇ ਤਹਿਤ ਯੁੱਧ ਦੇ ਮੈਦਾਨ ਵਿੱਚੋਂ ਦੌੜ ਗਏ ਔਰ ਉਹਨਾਂ ਦੀ ਗੱਦਾਰੀ ਦੇ ਕਰਕੇ ਸਿੱਖ ਫੌਜ ਹਾਰ ਗਈ। ਇਸ ਲੜਾਈ ਦੇ ਵਿੱਚ ਸਿੱਖ ਫੌਜ ਦਾ ਬਹੁਤ ਨੁਕਸਾਨ ਹੋਇਆ। ਲਗਭਗ 4,000 ਸਿੱਖ ਸੈਨਿਕ ਇਸ ਲੜਾਈ ਦੇ ਵਿੱਚ ਮਾਰੇ ਗਏ ਔਰ 73 ਦੇ ਕਰੀਬ ਤੋਪਾਂ ਜੋ ਸਨ ਉਹ ਅੰਗਰੇਜ਼ਾਂ ਨੇ ਖੋਹ ਲਈਆਂ। ਔਰ ਅੰਗਰੇਜ਼ਾਂ ਦੇ ਵੀ ਇਸ ਲੜਾਈ ਦੇ ਵਿੱਚ 695 ਦੇ ਕਰੀਬ ਜੋ ਸੈਨਿਕ ਸਨ ਉਹ ਮਾਰੇ ਗਏ ਅਤੇ 1721 ਦੇ ਕਰੀਬ ਜ਼ਖਮੀ ਹੋਏ। ਔਰ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਖਾਸ ਤੌਰ ਤੇ ਇਸ ਲੜਾਈ ਦੇ ਵਿੱਚ ਮੇਜਰ ਬਰਾਡਫੁੱਟ ਜੋ ਸਿੱਖਾਂ ਵਿਰੋਧੀ ਸੀ ਔਰ ਉਸ ਦੇ ਨਾਲ 103 ਅੰਗਰੇਜ਼ ਆਫੀਸਰ ਵੀ ਇਸ ਲੜਾਈ ਦੇ ਵਿੱਚ ਮਾਰੇ ਗਏ ਔਰ ਇਹ ਅੰਗਰੇਜ਼ਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਸੀ। ਵਿਦਿਆਰਥੀਓ, ਅਗਲੀ ਲੜਾਈ ਬੱਦੋਵਾਲ ਦੀ ਲੜਾਈ ਸੀ, ਜੋ 21 ਜਨਵਰੀ
1846 ਈਸਵੀ ਨੂੰ ਲੜੀ ਗਈ। ਇਸ ਲੜਾਈ ਦੇ ਵਿੱਚ 8000 ਦੇ ਕਰੀਬ ਸਿੱਖ ਫੌਜ 70 ਤੋਪਾਂ ਦੇ ਨਾਲ ਰਣਜੋਧ ਸਿੰਘ ਦੇ ਅਧੀਨ ਸੀ ਔਰ ਉਸ ਸਮੇਂ ਬਹੁਤ ਘੱਟ ਗਿਣਤੀ ਵਿੱਚ ਜਿਹੜੀ ਅੰਗਰੇਜ਼ ਫੌਜ ਸੀ ਉਹ ਹੈਰੀ ਸਮਿਥ ਦੇ ਅਧੀਨ ਲੁਧਿਆਣੇ ਦੇ ਵਿੱਚ ਸੀ। ਇਸ ਸਥਿਤੀ ਦੇ ਵਿੱਚ ਅੰਗਰੇਜ਼ ਫੌਜ ਤੇ ਰਣਜੋਧ ਸਿੰਘ ਨੇ ਹਮਲਾ ਕਰਕੇ ਅੰਗਰੇਜ਼ ਫੌਜ ਨੂੰ ਬਹੁਤ ਕਰਾਰੀ ਹਾਰ ਦਿੱਤੀ ਔਰ ਅੰਗਰੇਜ਼ਾਂ ਦਾ ਬਹੁਤ ਸਾਰਾ ਰਸਦ ਪਾਣੀ ਜਿਹੜਾ ਸੀ ਉਹ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਲੇਕਿਨ ਇੱਥੇ ਵਿਸ਼ੇਸ਼ ਤੌਰ ਤੇ ਜਾਣਨਯੋਗ ਚੀਜ਼ ਹੈ ਕਿ ਰਣਜੋਧ ਸਿੰਘ ਨੇ ਹਾਰੀ ਹੋਈ ਅੰਗਰੇਜ਼ ਫੌਜ ਦਾ ਪਿੱਛਾ ਨਾ ਕੀਤਾ ਤੇ ਉਸ ਨੂੰ ਬਚ ਕੇ ਜਾਣ ਦਿੱਤਾ। ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ 69 ਸੈਨਿਕ ਮਾਰੇ ਗਏ ਔਰ 68 ਦੇ ਕਰੀਬ ਜ਼ਖਮੀ ਹੋਏ। ਅਗਲੀ ਲੜਾਈ ਹੈ ਆਲੀਵਾਲ ਦੀ ਲੜਾਈ। 28 ਜਨਵਰੀ 1846 ਈਸਵੀ ਨੂੰ ਲੜੀ ਗਈ। ਇਸ ਲੜਾਈ ਵਿੱਚ ਸਿੱਖ ਫੌਜ ਰਣਜੋਧ ਸਿੰਘ ਦੇ ਅਧੀਨ ਸੀ ਔਰ ਦੂਸਰੀ ਸਾਈਡ ਤੇ ਅੰਗਰੇਜ਼ ਫੌਜ ਦੀ ਅਗਵਾਈ ਹੈਰੀ ਸਮਿਥ ਅਤੇ ਬ੍ਰਿਗੇਡੀਅਰ ਵੀਲਰ ਕਰ ਰਹੇ ਸਨ। ਬੱਦੋਵਾਲ ਦੀ ਲੜਾਈ ਦੇ ਵਿੱਚ ਜੋ ਹੈਰੀ ਸਮਿਥ ਦੀ ਹਾਰ ਹੋਈ ਸੀ ਉਹ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਔਰ ਬ੍ਰਿਗੇਡੀਅਰ ਵੀਲਰ ਦੀ ਫੌਜ ਵੀ ਉਸ ਦੇ ਨਾਲ ਆ ਕੇ ਮਿਲ ਗਈ। ਅੰਗਰੇਜ਼ਾਂ ਦੀ ਸਥਿਤੀ ਬਹੁਤ ਅੱਛੀ ਹੋ ਗਈ ਔਰ ਇਸ ਵਧੀਆ ਅੱਛੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੇ ਰਣਜੋਧ ਸਿੰਘ ਤੇ ਹਮਲਾ ਕਰ ਦਿੱਤਾ ਔਰ ਰਣਜੋਧ ਸਿੰਘ ਨੇ ਲੜਾਈ ਦੇ ਮੈਦਾਨ ਵਿੱਚੋਂ ਦੌੜਨਾ ਸ਼ੁਰੂ ਕਰ ਦਿੱਤਾ। ਭਾਵੇਂ ਸਿੱਖ ਇਸ ਲੜਾਈ ਵਿੱਚ ਬਹੁਤ ਬਹਾਦਰੀ ਨਾਲ ਲੜੇ ਪਰੰਤੂ ਰਣਜੋਧ ਸਿੰਘ ਦੀ ਗਦਾਰੀ ਕਰਕੇ ਸਿੱਖ ਫੌਜ ਦੀ ਹਾਰ ਹੋਈ। ਵਿਦਿਆਰਥੀਓ, ਅੰਤਿਮ ਔਰ ਮਹੱਤਵਪੂਰਨ ਲੜਾਈ ਸਬਰਾਉਂ ਦੀ ਲੜਾਈ ਸੀ ਜੋ 10 ਫਰਵਰੀ 1846 ਈਸਵੀ ਨੂੰ ਲੜੀ ਗਈ। ਇਸ ਲੜਾਈ ਦੇ ਵਿੱਚ ਲਗਭਗ 30,000 ਸਿੱਖ ਫੌਜ ਲਾਲ ਸਿੰਘ ਅਤੇ ਤੇਜਾ ਸਿੰਘ ਦੇ ਅਧੀਨ ਸੀ। ਦੂਸਰੀ ਸਾਈਡ ਤੇ 15,000 ਅੰਗਰੇਜ਼ ਫੌਜ ਲਾਰਡ ਹਿਊ ਗਫ ਅਤੇ ਲਾਰਡ ਹਾਰਡਿੰਗ ਦੇ ਅਧੀਨ ਲੜਾਈ ਦੇ ਮੈਦਾਨ ਵਿੱਚ ਪਹੁੰਚ ਚੁੱਕੀ ਸੀ। ਸ਼ੁਰੂ ਦੇ ਵਿੱਚ ਸਿੱਖ ਫੌਜ ਬਹੁਤ ਹੀ ਬਹਾਦਰੀ ਨਾਲ ਲੜੀ ਔਰ ਅੰਗਰੇਜ਼ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਇਸ ਸਥਿਤੀ ਦੇ ਵਿੱਚ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਫਿਰ ਗਦਾਰੀ ਕੀਤੀ ਔਰ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਲੜਾਈ ਦੇ ਮੈਦਾਨ ਵਿੱਚੋਂ ਦੌੜ ਗਏ ਔਰ ਕਿਹਾ ਜਾਂਦਾ ਹੈ ਕਿ ਦੌੜਦੇ ਸਮੇਂ ਉਹਨਾਂ ਨੇ ਸਤਲੁਜ ਨਦੀ ਤੇ ਜੋ ਬੇੜੀਆਂ ਦਾ ਪੁਲ ਬਣਾਇਆ ਹੋਇਆ ਸੀ ਉਸ ਨੂੰ ਵੀ ਤੋੜ ਦਿੱਤਾ ਤਾਂ ਕਿ ਜੋ ਖਾਲਸਾ ਫੌਜ ਦੂਸਰੀ ਸਾਈਡ ਤੇ ਅੰਗਰੇਜ਼ਾਂ ਨਾਲ ਲੜ ਰਹੇ ਹੈ ਉਹ ਵਾਪਸ ਨਾ ਆ ਜਾਏ। ਸੋ ਭਾਵੇਂ ਲਾਲ ਸਿੰਘ ਔਰ ਤੇਜਾ ਸਿੰਘ ਦੀ ਗਦਾਰੀ ਕਰਕੇ ਸਿੱਖ ਬੈਕਫੁੱਟ ਤੇ ਚਲੇ ਗਏ ਪਰੰਤੂ ਸ਼ਾਮ ਸਿੰਘ ਅਟਾਰੀ ਵਾਲੇ ਉਸ ਸਮੇਂ ਲੜਾਈ ਦੇ ਮੈਦਾਨ ਵਿੱਚ ਆ ਗਏ। ਉਹਨਾਂ ਨੇ ਸਿੱਖ ਫੌਜ ਨੂੰ ਵੰਗਾਰਦੇ ਹੋਏ ਅੰਗਰੇਜ਼ਾਂ ਤੇ ਟੁੱਟ ਪੈਣ ਦਾ ਆਦੇਸ਼ ਦਿੱਤਾ ਔਰ ਬਹਾਦਰੀ ਨਾਲ ਲੜਦੇ ਹੋਏ ਸ਼ਾਮ ਸਿੰਘ ਅਟਾਰੀ ਵਾਲਾ ਜੀ ਸ਼ਹੀਦ ਹੋ ਗਏ। ਵਿਦਿਆਰਥੀਓ, ਇਸ ਲੜਾਈ ਦੇ ਵਿੱਚ 3125 ਦੇ ਕਰੀਬ ਸਿੱਖ ਸੈਨਿਕ ਮਾਰੇ ਗਏ ਔਰ ਅੰਗਰੇਜ਼ਾਂ ਦੇ 320 ਦੇ ਕਰੀਬ ਸੈਨਿਕ ਮਾਰੇ ਗਏ ਔਰ 2063 ਦੇ ਕਰੀਬ ਜ਼ਖਮੀ ਹੋਏ। ਵਿਦਿਆਰਥੀਓ, ਇਹ ਜੋ ਤੁਸੀਂ 1947 ਤੋਂ ਪਹਿਲੇ ਦਾ ਪੰਜਾਬ ਦੇਖ ਰਹੇ ਹੋ, ਪਹਿਲੇ ਐਂਗਲੋ ਸਿੱਖ ਯੁੱਧ ਦੇ ਲੜਾਈਆਂ ਜੋ ਵੀ ਲੜੀਆਂ ਗਈਆਂ ਉਹ ਸਾਰੀਆਂ ਸਤਲੁਜ ਨਦੀ ਤੋਂ ਨੀਚੇ ਲੜੀਆਂ ਗਈਆਂ। ਜੋ ਆਪ ਜੀ ਦੇਖ ਰਹੇ ਹੋ, ਜੋ ਪਹਿਲੀ ਲੜਾਈ ਸੀ ਮੁਦਕੀ ਦੀ ਲੜਾਈ ਜੋ ਸਤਲੁਜ ਨਦੀ ਤੋਂ ਨੀਚੇ ਤੁਸੀਂ ਦੇਖ ਰਹੇ ਹੋ। ਦੂਸਰੀ ਲੜਾਈ ਫਿਰੋਜ਼ ਸ਼ਾਹ ਦੀ ਲੜਾਈ ਸੀ। ਤੀਸਰੀ ਲੜਾਈ ਬੱਦੋਵਾਲ ਦੀ ਲੜਾਈ ਸੀ। ਚੌਥੀ ਲੜਾਈ ਆਲੀਵਾਲ ਦੀ ਲੜਾਈ ਸੀ ਔਰ ਆਖਿਰ ਵਿੱਚ ਸਬਰਾਉਂ ਦੀ ਲੜਾਈ ਲੜੀ ਗਈ ਸੀ। ਵਿਦਿਆਰਥੀਓ, ਇਸ ਪਹਿਲੇ ਜੋ ਵੀ ਤੁਸੀਂ ਮੈਪ ਭਰਨੇ ਹਨ ਉਸ ਦੇ ਵਿੱਚ ਨਦੀਆਂ ਜ਼ਰੂਰ ਬਣਾਉਣੀਆਂ ਹਨ। ਇਸ ਨਾਲ ਤੁਹਾਨੂੰ ਸਥਾਨ ਭਰਨ ਦੇ ਵਿੱਚ ਆਸਾਨੀ ਹੋਵੇਗੀ।
ਵਿਦਿਆਰਥੀਓ, ਸਿੱਖ ਫੌਜ ਦੀ ਹਾਰ ਦੇ ਕੀ ਕਾਰਨ ਸਨ? ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਲਾਲ ਸਿੰਘ ਔਰ ਤੇਜਾ ਸਿੰਘ ਦੀ ਸਿੱਖ ਫੌਜ ਪ੍ਰਤੀ ਗਦਾਰੀ ਸੀ। ਦੂਸਰਾ ਸੀ ਸਿੱਖ ਫੌਜ ਦੇ ਯੂਰਪੀਅਨ ਆਫਿਸਰ ਦੀ ਅੰਗਰੇਜ਼ਾਂ ਪ੍ਰਤੀ ਹਮਦਰਦੀ। ਬਹੁਤ ਸਾਰੇ ਯੂਰਪੀਅਨ ਆਫਿਸਰ ਸੀ ਜਿਨ੍ਹਾਂ ਵਿੱਚ ਜਨਰਲ ਵੈਤੁਰਾ ਸੀ, ਔਰ ਇਹ ਸਾਰੇ ਜੋ ਸਨ ਇਹ ਅੰਗਰੇਜ਼ਾਂ ਪ੍ਰਤੀ ਇਹਨਾਂ ਦੀ ਹਮਦਰਦੀ ਸੀ। ਤੀਸਰਾ ਕਾਰਨ ਤਜਰਬੇਕਾਰ ਔਰ ਇਮਾਨਦਾਰ ਅੰਗਰੇਜ਼ ਸੈਨਾਪਤੀ। ਚੌਥਾ ਕਾਰਨ ਅੰਗਰੇਜ਼ ਇੱਕ ਵੱਡੀ ਸਾਮਰਾਜਵਾਦੀ ਸ਼ਕਤੀ ਸੀ ਜਿਸ ਦੇ ਸਾਧਨ ਸਿੱਖਾਂ ਦੇ ਮੁਕਾਬਲੇ ਜ਼ਿਆਦਾ ਸਨ। ਵਿਦਿਆਰਥੀਓ, ਪਹਿਲੇ ਐਂਗਲੋ ਸਿੱਖ ਯੁੱਧ ਦੇ ਮੁੱਖ ਸਿੱਟਿਆਂ ਦੇ ਵਿੱਚ ਲਾਹੌਰ ਦੀ ਸੰਧੀ 9 ਮਾਰਚ 1846 ਈਸਵੀ ਨੂੰ ਹੋਈ। ਇਸ ਸੰਧੀ ਦੇ ਵਿੱਚ ਜੋ ਮੁੱਖ ਸ਼ਰਤਾਂ ਸਨ ਕਿ ਬ੍ਰਿਟਿਸ਼ ਸਰਕਾਰ ਅਤੇ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਵਿੱਚ ਹਮੇਸ਼ਾ ਸ਼ਾਂਤੀ ਅਤੇ ਮਿੱਤਰਤਾ ਬਣੀ ਰਹੇਗੀ। ਦੂਸਰਾ, ਮਹਾਰਾਜਾ ਦਲੀਪ ਸਿੰਘ ਦਾ ਸਤਲੁਜ ਦੇ ਦੱਖਣੀ ਇਲਾਕੇ ਉੱਤੇ ਅਧਿਕਾਰ ਖਤਮ ਕਰ ਦਿੱਤੇ ਗਏ। ਸਿੱਖਾਂ ਤੇ ਯੁੱਧ ਦਾ ਹਰਜਾਨਾ 1.5 ਕਰੋੜ ਦੇ ਰੁਪਏ ਦੇ ਕਰੀਬ ਲਗਾਇਆ। ਸਿੱਖ ਫੌਜ ਨੂੰ ਘੱਟ ਕਰ ਦਿੱਤਾ ਗਿਆ, ਜਿਸ ਵਿੱਚ 20,000 ਪੈਦਲ ਸੈਨਿਕ ਅਤੇ 12,000 ਘੋੜਸਵਾਰ ਸੈਨਾ ਨਿਸ਼ਚਿਤ ਕਰ ਦਿੱਤੀ ਗਈ। ਨੈਕਸਟ ਹੈ ਸਤਲੁਜ ਅਤੇ ਬਿਆਸ ਦਰਿਆਵਾਂ ਵਿਚਾਲੇ ਇਲਾਕੇ ਤੇ ਕਿਲੇ ਵੀ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ਗਏ। ਵਿਦਿਆਰਥੀਓ, ਲਾਹੌਰ ਦੀ ਸੰਧੀ ਤੋਂ ਬਾਅਦ ਫਿਰ ਇੱਕ ਸਹਾਇਕ ਸੰਧੀ 11 ਮਾਰਚ 1846 ਈਸਵੀ ਨੂੰ ਕੀਤੀ ਗਈ, ਜਿਸ ਦੀਆਂ ਸ਼ਰਤਾਂ ਸਨ 1846 ਈਸਵੀ ਦੇ ਅੰਤ ਤੱਕ ਅੰਗਰੇਜ਼ ਫੌਜ ਲਾਹੌਰ ਵਿੱਚ ਰਹੇਗੀ। ਲਾਹੌਰ ਦਾ ਕਿਲਾ ਅਤੇ ਸ਼ਹਿਰ ਅੰਗਰੇਜ਼ਾਂ ਹਵਾਲੇ ਕਰ ਦਿੱਤਾ ਗਿਆ ਔਰ ਇਹ ਵੀ ਫੈਸਲਾ ਕੀਤਾ ਗਿਆ ਕਿ ਅੰਗਰੇਜ਼ ਫੌਜ ਦਾ ਖਰਚ ਜੋ ਸੀ ਉਹ ਲਾਹੌਰ ਦਰਬਾਰ ਦੇਵੇਗਾ। ਇਸ ਤੋਂ ਬਾਅਦ ਵਿਦਿਆਰਥੀਓ, ਭੈਰੋਵਾਲ ਦੀ ਸੰਧੀ ਕੀਤੀ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ। ਇਹ ਸੰਧੀ 16 ਦਸੰਬਰ 1846 ਈਸਵੀ ਨੂੰ ਕੀਤੀ ਗਈ। ਇਸ ਦੀਆਂ ਮੁੱਖ ਸ਼ਰਤਾਂ ਸਨ ਲਾਹੌਰ ਦਰਬਾਰ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ਔਰ ਇਸ ਦੀ ਅਗਲੀ ਸ਼ਰਤ ਸੀ ਕਿ 4 ਸਤੰਬਰ 1854 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋ ਜਾਣ ਤੱਕ ਅੰਗਰੇਜ਼ ਰੈਜ਼ੀਡੈਂਟ ਲਾਹੌਰ ਦਰਬਾਰ ਦਾ ਸ਼ਾਸਨ ਪ੍ਰਬੰਧ ਚਲਾਵੇਗਾ ਔਰ ਉਸ ਦੀ ਸਹਾਇਤਾ ਜਾਂ ਸਲਾਹ ਦੇ ਲਈ ਲਾਹੌਰ ਦਰਬਾਰ ਦੇ ਵਿੱਚ 8 ਸਰਦਾਰਾਂ ਦੀ ਇੱਕ ਕੌਂਸਲ ਆਫ ਰੀਜੈਂਸੀ ਸਥਾਪਿਤ ਕਰ ਦਿੱਤੀ ਗਈ ਔਰ ਮਹਾਰਾਣੀ ਜਿੰਦਾ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ। ਪਿਆਰੇ ਵਿਦਿਆਰਥੀਓ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ ਜਿਨ੍ਹਾਂ ਦੇ ਉੱਤਰ ਤੁਸੀਂ ਖੁਦ ਲੱਭਣੇ ਨੇ। ਪਹਿਲਾ ਕੁਐਸਚਨ ਹੈ, ਪਹਿਲਾ ਐਂਗਲੋ ਸਿੱਖ ਯੁੱਧ ਡੈਸ਼ ਈਸਵੀ ਵਿੱਚ ਹੋਇਆ। ਦੂਸਰਾ, ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਲਾਹੌਰ ਰਾਜ ਦਾ ਬਾਦਸ਼ਾਹ ਕੌਣ ਸੀ? ਤੁਹਾਨੂੰ ਪਤਾ ਹੈ। ਮਹਾਰਾਣੀ ਜਿੰਦਾ ਕੌਣ ਸਨ? ਇਹ ਵੀ ਤੁਹਾਨੂੰ ਪਤਾ ਹੈ। ਪਹਿਲੇ ਐਂਗਲੋ ਸਿੱਖ ਯੁੱਧ ਦੇ ਕੀ ਕਾਰਨ ਸਨ? ਵਿਦਿਆਰਥੀਓ, ਅਸੀਂ ਇਸ PPT ਦੇ ਵਿੱਚ ਤੁਹਾਨੂੰ ਪਹਿਲੇ ਐਂਗਲੋ ਸਿੱਖ ਯੁੱਧ ਦੇ ਕਾਰਨ ਬੜੇ ਵਿਸਥਾਰ ਵਿੱਚ ਦੱਸੇ ਨੇ। ਇਹ ਤੁਸੀਂ ਸਾਰੇ ਹੀ ਨੋਟ ਕਰ ਲੈਣਾ ਹੈ। ਸ਼ਾਮ ਸਿੰਘ ਅਟਾਰੀ ਵਾਲੇ ਕੌਣ ਸਨ? ਤੁਹਾਨੂੰ ਪਤਾ ਹੈ ਕਿ ਸਭਰਾਉਂ ਦੀ ਲੜਾਈ ਦੇ ਵਿੱਚ ਬੜੀ ਬਹਾਦਰੀ ਨਾਲ ਲੜੇ ਸਨ। ਨੈਕਸਟ ਕੁਐਸਚਨ ਹੈ, ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਘਟਨਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ? ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਘਟਨਾਵਾਂ ਵਿੱਚ ਮੁਦਕੀ, ਫਿਰੋਜ਼ ਸ਼ਾਹ, ਬੱਦੋਵਾਲ, ਅਲੀਵਾਲ ਔਰ ਸਭਰਾਉਂ, ਇਹ ਲੜਾਈਆਂ ਦੇ ਤੁਸੀਂ ਜਿਹੜੀਆਂ ਘਟਨਾਵਾਂ ਨੇ ਉਸ ਨੂੰ ਇੱਕ ਵਾਰੀ ਤੁਸੀਂ ਯਾਦ ਕਰ ਲੈਣਾ। ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖ ਫੌਜ ਦੀ ਹਾਰ ਦੇ ਕੀ ਕਾਰਨ ਸਨ? ਤੁਹਾਨੂੰ ਇਸ PPT ਦੇ ਵਿੱਚ 4 ਕਾਰਨ ਦੱਸੇ ਹਨ। ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਹੋਰ ਵੀ ਕਾਰਨ ਹੋ ਸਕਦੇ ਹਨ, ਉਹ ਤੁਸੀਂ ਜ਼ਰੂਰ ਆਪਣੀ ਕਾਪੀਜ਼ 'ਤੇ ਨੋਟ ਕਰ ਲੈਣਾ। ਪਹਿਲੇ ਐਂਗਲੋ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ? ਵਿਸਥਾਰ ਵਿੱਚ ਦੱਸੋ। ਇਹ ਜੋ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਜਿਹੜੀਆਂ ਸੰਧੀਆਂ ਹੋਈਆਂ ਸੀ, ਪਹਿਲੀ ਲਾਹੌਰ ਦੀ ਸੰਧੀ, ਉਸ ਤੋਂ ਬਾਅਦ ਫਿਰ ਦੁਬਾਰਾ ਸਹਾਇਕ ਸੰਧੀ ਔਰ ਉਸ ਤੋਂ ਬਾਅਦ ਭੈਰੋਵਾਲ ਦੀ ਸੰਧੀ, ਇਹ ਤੁਸੀਂ ਵਿਸਥਾਰ ਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ। ਔਰ ਸਭ ਤੋਂ ਇੰਪੋਰਟੈਂਟ, ਪੰਜਾਬ ਦੇ ਨਕਸ਼ੇ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਦੀਆਂ 5 ਲੜਾਈਆਂ ਦੇ ਸਥਾਨ ਭਰੋ।
ਵਿਦਿਆਰਥੀਓ, ਸਥਾਨ ਭਰਨ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਨੋਟ ਕਰ ਲੈਣਾ ਕਿ ਪੰਜਾਬ ਦੇ ਨਕਸ਼ੇ ਦੇ ਵਿੱਚ ਸਭ ਤੋਂ ਪਹਿਲਾਂ ਨਦੀਆਂ ਤੁਸੀਂ ਡਰਾ ਜ਼ਰੂਰ ਕਰਨੀਆਂ ਹਨ, ਔਰ ਇਹ ਬਹੁਤ ਹੀ ਇੰਪੋਰਟੈਂਟ ਹੈ। ਧੰਨਵਾਦ ਵਿਦਿਆਰਥੀਓ। ਪਹਿਲੇ ਐਂਗਲੋ ਸਿੱਖ ਯੁੱਧ ਦੇ ਇਸ ਚੈਪਟਰ ਦੇ ਵਿੱਚ ਮੈਪ ਵੀ ਤੁਸੀਂ ਯਾਦ ਕਰਨਾ ਹੈ, ਮੈਪ ਨੂੰ ਸਮਝਣਾ ਹੈ। ਇਸ ਤੋਂ ਇਲਾਵਾ ਇਸ ਯੁੱਧ ਦੇ ਕਾਰਨ, ਘਟਨਾਵਾਂ ਤੇ ਸਿੱਟਿਆਂ ਨੂੰ ਬੜੇ ਹੀ ਧਿਆਨ ਨਾਲ ਸਮਝਣਾ ਹੈ। ਡੇਟਸ ਨੂੰ ਬੜੇ ਧਿਆਨ ਨਾਲ ਤੁਸੀਂ ਸਮਝਣਾ ਹੈ, ਔਰ ਇਸ ਚੈਪਟਰ ਦੇ ਵਿੱਚੋਂ ਤੁਹਾਡੇ ਫਾਈਨਲ ਇਮਤਿਹਾਨਾਂ ਦੇ ਵਿੱਚ ਮੈਪ ਆਉਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਸਾਡੇ ਕੋਲ 5 ਮੈਪ ਨੇ, ਜਿਨ੍ਹਾਂ ਵਿੱਚੋਂ ਇੱਕ ਮੈਪ ਜੋ ਹੈ ਉਹ ਪਹਿਲੇ ਐਂਗਲੋ ਸਿੱਖ ਯੁੱਧ ਦਾ ਹੈ। ਮੈਨੂੰ ਉਮੀਦ ਹੈ ਵਿਦਿਆਰਥੀਓ ਕਿ ਇਹ ਜੋ ਚੈਪਟਰ ਦੇ ਵਿੱਚ ਜੋ ਤੁਹਾਨੂੰ ਸਮਝਾਉਣ ਦੇ ਲਈ ਬਣਾਇਆ ਗਿਆ ਸੀ, ਤੁਹਾਡੀ ਸਮਝ ਆਇਆ ਹੋਵੇਗਾ। ਬਹੁਤ ਬਹੁਤ ਧੰਨਵਾਦ।